ਸਾਰਗ ਮਹਲਾ ਪੰਜਵਾ। ਸਾਰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਟੂਟੀ ਨਿੰਦਕ ਕੀ ਅਦ ਬੀਜ। ਨਿੰਦਕ ਜੋ ਆਪ ਜਸ ਕਰਨ ਵਾਲਾ ਪੁਰਖ ਹੈ। ਕੱਲ ਇਸੇ ਹੀ ਪ੍ਰਕਰਨ ਦੇ ਵਿੱਚ ਸ਼ਬਦ ਦੀ ਸਮਾਪਤੀ ਹੋਈ ਸੀ ਕਿ ਕੋਈ ਵੀ ਬੰਦਾ ਕਿਸੇ ਬੰਦੇ ਨੂੰ ਨਹੀਂ ਮਾਰਦਾ। ਇੱਥੋਂ ਤੱਕ ਕਿ ਰੱਬ ਵੀ ਨਹੀਂ ਮਾਰਦਾ, ਇਨਸਾਨ ਆਪਣੇ ਆਪ ਹੀ ਮਰਦਾ ਹੈ। ਜਿਵੇਂ ਸੁਲਹੀ ਉਹਦੇ ਹੱਥ ਵਿੱਚ ਕੁਹਾੜਾ ਫੜਿਆ ਸੀ, ਉਹਦੇ ਹੱਥ ਵਾਲੇ ਕੁਹਾੜੇ ਦੇ ਨਾਲ ਹੀ ਉਹਦੇ ਗਲੇ ਦੀ ਸਾਹ ਦੀ ਰੱਖ ਕੱਟੀ ਗਈ, ਆਪਦੀਆਂ ਕਰਤੂਤਾਂ ਕਰਕੇ ਮਰਿਆ। ਇਹ ਅੰਤਰੀ ਭਾਵ ਦੇ ਵਿੱਚ ਜਿਹੜਾ ਪੁਰਖ ਈਰਖਾ ਕਰਦਾ ਹੈ, ਨਿੰਦਿਆ ਕਰਦਾ ਹੈ, ਸਮਝ ਲਓ ਕਿ ਈਰਖਾ ਰੂਪ ਕੁਹਾੜੀ ਨਾਨਕ ਆਪਨ ਕਟਾਰੀ ਆਪਸ ਕੋ ਲਾਈ। ਕਟਾਰੀ ਨਾਮ ਹੈ ਛੁਰੀ ਦਾ। ਜੋ ਔਗਣ ਨੇ ਇਨਸਾਨ ਦੇ ਉਹ ਇੱਕ ਛੁਰੀ ਦੀ ਤਰ੍ਹਾਂ ਹਨ। ਇਨਸਾਨ ਸਮਝਦਾ ਹੈ ਕਿ ਮੈਂ ਦੂਸਰੇ ਨੂੰ ਛੁਰੀ ਮਾਰਿਆ ਹਾਂ, ਪਰ ਉਹ ਆਪ ਦੀ ਜੋ ਈਰਖਾ ਨਿੰਦਿਆ ਔਗਣ ਰੂਪ ਵਿਕਾਰਾਂ ਰੂਪ ਛੁਰੀ ਹੈ ਉਹ ਆਪਣੇ ਆਪ ਨੂੰ ਹੀ ਮਾਰ ਲੈਂਦਾ ਹੈ। ਮਤਲਬ ਕਿਸੇ ਦਾ ਨੁਕਸਾਨ ਹੋਣ ਤੋਂ ਪਹਿਲਾਂ ਉਹਦਾ ਆਪ ਦਾ ਹੀ ਨੁਕਸਾਨ ਹੁੰਦਾ ਹੈ। ਇਸ ਕਰਕੇ ਜਿਹੜੇ ਆਪ ਜਸ ਕਰਨ ਵਾਲੇ ਨਿੰਦਕ ਪੁਰਖ ਨੇ, ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਸਾ ਦੀ ਵਾਰ ਦੇ ਵਿੱਚ ਬਚਨ ਹੈ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮੂਰਖ ਬੰਦਾ ਹੈ ਉਹ ਆਪ ਜਸ ਨਿੰਦਿਆ ਕਰਕੇ ਪਾਣਾ ਲਹਿ ਸਜਾਏ। ਪਾਣਾ ਨਾਮ ਹੈ ਜੁੱਤੀਆਂ ਦਾ, ਜੋੜਿਆਂ ਦਾ। ਉਹ ਜੁੱਤੀਆਂ ਜੋੜਿਆਂ ਦੀ ਸਜ਼ਾ ਲੈਂਦਾ ਹੈ। ਤੋ ਇਸ ਲਈ ਇਹ ਆਪ ਦੀ ਛੁਰੀ ਆਪਣੇ ਪੇਟ ਦੇ ਵਿੱਚ ਹੀ ਮਾਰ ਕੇ ਆਪਣੇ ਆਪ ਨੂੰ ਫਾੜ ਲੈਂਦਾ। ਮਨ ਆਪਣਾ ਕੀਨੋ ਫਾੜ, ਨਾਨਕ ਆਪਨ ਕਟਾਰੀ ਆਪਸ ਕੋ ਲਾਈ, ਮਨ ਆਪਣਾ ਕੀਨੋ ਫਾੜ। ਨਿੰਦਕ ਪੁਰਖ ਦੀ ਉਮਰ ਤਾਂ ਰੱਬ ਨੇ ਬਥੇਰੀ ਲਿਖੀ ਹੁੰਦੀ ਹੈ, ਪਰ ਉਹ ਨਿੰਦਿਆ ਕਰ ਕਰਕੇ ਤੇ ਆਪ ਦੀ ਉਮਰ ਨੂੰ ਆਪਣੇ ਆਪ ਹੀ ਕੱਟ ਲੈਂਦਾ ਹੈ। ਉਹਦੀ ਅੱਧ ਵਿਚਾਲੇ ਹੋਈ ਉਮਰ ਕੱਟੀ ਜਾਂਦੀ ਹੈ। ਉਮਰ ਉਹ ਪੂਰੀ ਨਹੀਂ ਭੋਗਦਾ, ਉਹਦੀ ਉਮਰ ਘਟ ਜਾਂਦੀ ਹੈ। ਅੱਧ ਵਿਚਾਲੇ ਹੋਈ ਉਮਰ ਦੀ ਜਿਹੜੀ ਲੜੀ ਹੈ ਉਹਦੀ ਟੁੱਟ ਜਾਂਦੀ ਹੈ। ਸੰਤ ਕਾ ਦੋਖੀ ਇਉਂ ਮਿਲ ਲਾਏ, ਜਿਉ ਜਲ ਵਿਹੂੜ ਮਛਲੀ ਤੜਫੜਾਏ। ਜੋ ਸੰਤਾਂ ਦਾ ਦੁਖੀ ਪੁਰਸ਼ ਹੈ ਉਹ ਇਸ ਤਰ੍ਹਾਂ ਤੜਫਦਾ ਹੈ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ। ਤੋ ਇੰਜ ਜੋ ਕਿਸੇ ਬਾਰੇ ਸੋਚਣਾ ਹੈ ਉਹਦਾ ਆਪ ਦੇ ਮਨ ਉੱਪਰ ਪਹਿਲਾ ਅਸਰ ਹੁੰਦਾ ਹੈ। ਜੋ ਕਿਸੇ ਬਾਰੇ ਬੋਲਣਾ ਹੈ ਉਹਦਾ ਆਪ ਦੇ ਮਨ ਉੱਪਰ ਪਹਿਲਾ ਅਸਰ ਹੁੰਦਾ ਹੈ। ਇਸ ਲਈ ਜਿਹੜਾ ਨਿੰਦਕ ਪੁਰਸ਼ ਹੈ, ਮਹਾਰਾਜ ਨੇ ਆਖਿਆ ਨਿੰਦ ਪੋਟ ਸਰਾਏ। ਉਹ ਨਿੰਦਿਆ ਦੀ ਪੰਡ ਆਪ ਦੇ ਸਿਰ ਉੱਪਰ ਔਗਣਾਂ ਦੀ ਵਿਕਾਰਾਂ ਦੀ ਚੁੱਕੀ ਰੱਖਦਾ ਹੈ। ਜਿਸ ਦੀ ਨਿੰਦਿਆ ਕਰਦਾ ਹੈ ਉਹ ਤਾਂ ਹਲਕਾ ਹੋ ਜਾਂਦਾ ਹੈ। ਜਨ ਕਬੀਰ ਕੋ ਨਿੰਦਾ ਸਾਰ, ਪਰ ਨਿੰਦਕ ਡੂਬਾ ਹਮ ਉਤਰੇ ਪਾਰ। ਉਹ ਡੁੱਬ ਜਾਂਦਾ ਹੈ ਨਿੰਦਕ ਪੁਰਸ਼। ਇਸ ਲਈ
महाराज ने आख्या निंदा भली किसे की नाही, मन मुख मुग्ध कराना, मोह काले ते निंदका नरके घोर पवाना। रब किसी का माड़ा नहीं करता, रब नहीं किसी को मारता। बंदा आप जहर खा के मरदा, डुब के मरदा, परमात्मा की उम्र बथेरी लिख के भेजदा, सुख आराम देना चाहता है, पर इंसान अपनी करतूता कर्मा करके दुखी होंदा है। इस वास्ते पंजवें पातशाह श्री गुरु अर्जन देव महाराज जी का बड़ा ही काम का वचन है, कहते फल का बुरा ना रखो जीत, तुमको दुख नहीं पाई भी, तुसी मेरे भरा हो, तुसी मेरे मित्र हो। एको गल गुरुद्वारे आए हो पल्ले बन के लै जाओ कि पराए का बुरा ना तो चितवो ते ना ही करो, तो तुहानू उम्र भर कभी दुख नहीं लगेगा। सो इसलिए जिहड़े सुलही वर्गे निंदक होए ने, सलबी वर्गे निंदक, गुरु घर का सब तो बड़ा निंदक जिहड़ा साध संगत चंदू, जिन्हें महाराज नू तती तवी पर बिठा लिया, सतगुरु जी के ऊपर झूठे दोष आरोपे कि अपने कोल चोर चक्के रखते हैं, इलाके में चोरियां कराते हैं। वो जिहड़ा निंदक चंदू है, उसका अंत वेखो किवें होया। छेवें पातशाह श्री गुरु हरगोबिंद साहिब जी महाराज ने ਉਹਦੇ ਲੱਕ ਦੇ ਵਿੱਚ ਨਕੇਲ ਪਾ ਕੇ ਸ਼ਿਕਾਰੀ ਕੁੱਤਿਆਂ ਵਿੱਚ ਉਹਨੂੰ ਰੱਖਿਆ ਤੇ ਅੰਤ ਜੁੱਤੀਆਂ ਦੀ ਬਾਲ ਖਾਂਦਾ ਹੋਇਆ ਜਿਹੜਾ ਭੜਪੂਜਾ ਸੀ, ਉਹਦੇ ਖੁਰਪੇ ਨੂੰ ਸਿਰ ਵਿੱਚ ਨਾ ਸਹਾਰਦਾ ਹੋਇਆ ਉਹਨੇ ਖੁਰਪਾ ਮਾਰਿਆ, ਜਿਹਦੇ ਨਾਲ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਸੀਸ ਤੇ ਰੇਤ ਪਾਉਂਦਾ ਰਿਹਾ। ਖੁਰਪਾ ਵੱਜਦਿਆਂ ਸਾਰੀ ਉਹਦਾ ਕੰਮ ਤਬਾਹ ਹੋ ਗਿਆ। ਸਤਿਗੁਰੂ ਜੀ ਨੂੰ ਬੜਾ ਫਿੱਕਾ ਬੋਲਦਾ ਸੀ, ਬੜੀ ਗੁਰੂ ਜੀ ਦੀ ਨਿੰਦਿਆ ਕਰਦਾ ਸੀ। ਗੁਰੂ ਘਰ ਨੂੰ ਇੱਥੋਂ ਤੱਕ ਉਹਨੇ ਮਾੜਾ ਬਚਨ ਬੋਲਿਆ ਕਿ ਗੁਰੂ ਘਰ ਤਾਂ ਮੋਰੀ ਦੀ ਤਰ੍ਹਾਂ ਹੈ ਤੇ ਮੈਂ ਚਬਾਲਾ ਹਾਂ, ਮੇਰੀ ਧੀ ਚਬਾਲੇ ਦੀ ਹੱਟ ਹੈ। ਇਹ ਤੋਂ ਵੱਧ ਹੋਰ ਕੀ ਹੋ ਸਕਦਾ। ਸਤਿਗੁਰੂ ਨਾਨਕ ਜੀ ਮਹਾਰਾਜ ਦਾ ਬਚਨ ਹੈ, ਨਾਨਕ ਫਿੱਕਾ ਬੋਲਿਆ, नानक फिक्का बोले है, तन मन फिक्का होए, फिक्को फिक्का सदी है, फिक्की फिक्की सोए। सो तन मन फिक्का होए, नानक फिक्का बोले है, तन मन फिक्का होए, फिक्को फिक्का सदी है, फिक्की फिक्की सोए। फिक्का मूर्ख आखिया पाना लह सजाए, अंत जिहड़ा सी उहदा बुरा होया। इं गुरु घर दे विच जो निंदिया करनी है, ये आपकी उम्र घटाने की निशानी है। सतगुरु महाराज कहते हैं कि निंदक पुरुष की जो उम्र है वो अध विचालियों टुट जाती है। वो पूरी उम्र जो रब ने लिखी उन्नी नहीं भोगता, जिहड़ी बाकी बच जाती है वो प्रीत बनता ना ठा ना ता, ते पता नहीं किन्ने साल दुख भोग के नरकां दी सजा लैके, कई जन्म पाए कीट पतंगा, कई जन्म गजमीन कुरंगा, कई जन्म पंखी सर्प होए, कई जन्म है वृक्ष जोयो। मिल जगदीश मिलन की बरिया, चरण काले देह संजरिया रहाओ। कई जन्म सैल गिर खड़िया, कई जन्म गर्भ हिर खड़िया, कई जन्म साख कर पाया, लख 84 जोन परमाया। 84 लख जोना दे विच परमाया जाता है। इसलिए जो निंदक पुरुष हैं उन्हां दी जिहड़ी उम्र है अपजस करन वालियां दी अवस्था अध विचाले टुट जाती है। जिवें इंदिरा गांधी भावें होर समा ला जाती, पर गुरु घर के नाल वैर पा लिया। हरमंदिर साहिब जो हरि का मंदिर, हिंदू मत में हरि विष्णु को कहते हैं, रब का घर, उहदे उपर हल्ला किया जिथे मत्था टेकण की प्लेस है
ਉੱਥੇ ਟੈਂਕਾਂ ਦੇ ਤੋਪਾਂ ਹਵਾਈ ਜਹਾਜ਼ਾਂ ਨੂੰ ਚਾੜ ਕੇ ਬੁਰਾ ਕਰਮ ਕੀਤਾ, ਵਿੱਚੇ ਹੀ ਉਮਰ ਟੁੱਟ ਗਈ। ਸਤਿਗੁਰੂ ਜੀ ਫਰਮਾਉਂਦੇ ਨੇ, ਨਿੰਦਕ ਐਸੇ ਹੀ ਚਾਲ ਭਰੀ ਹੈ, ਇਹ ਨਿਸ਼ਾਨੀ ਸੁਣੋ ਤੋਂ ਭਾਈ, ਜੋ ਕਾਲਰ ਬੀਤ ਗਈ ਹੈ। ਜਿਵੇਂ ਕਲਰ ਦੀ ਕੰਧ ਕਿਰ ਕਿਰ ਕੇ ਹੌਲੀ ਹੌਲੀ ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। ਨਿੰਦਾ ਉਸਦੇ ਆਤਮਿਕ ਜੀਵਨ ਨੂੰ ਮਾਨੋ ਕਲਰ ਲਗਾ ਹੋਇਆ ਹੈ। ਜੋ ਦੇਖਾ ਸ਼ਿਦਰ ਤੋਂ ਨਿੰਦਕ ਉਮਾ ਹੈ। ਨਿੰਦਕ ਪੁਰਸ਼ ਕੀੜੀ ਦੇ ਸੁਭਾਅ ਮੁਤਾਬਕ, ਕੀੜੀ ਦਾ ਸੁਭਾਅ ਹੈ ਜਿੰਨੀ ਮਰਜ਼ੀ ਫਰਸ਼ ਪੱਕੀ ਹੋਵੇ, ਕੀੜੀ ਨੇ ਛੇਕ ਵੇਖ ਕੇ ਉਹਦੇ ਵਿੱਚ ਪ੍ਰਵੇਸ਼ ਕਰਨਾ ਹੈ। ਇੰਜ ਜਿੰਨੇ ਮਰਜ਼ੀ ਗੁਣ ਹੋਣ, ਪਰ ਇੱਕ ਔਗਣ ਵੇਖ ਕੇ ਉਹਨੂੰ ਉਛਾਲਣਾ, ਇਹ ਸ਼ਿਦਰ ਨਾਮ ਹੈ ਛੇਕ ਦਾ, ਸ਼ਿਦਰ ਨਾਮ ਹੈ ਔਗਣ ਦਾ, ਸ਼ਿਦਰ ਨਾਮ ਹੈ ਨੁਕਸ ਦਾ, ਸ਼ਿਦਰ ਨਾਮ ਹੈ ਗਲਤੀ ਦਾ। ਨਿੰਦਕ ਪੁਰਸ਼ ਕਿਸੇ ਮਨੁੱਖ ਦਾ ਕੋਈ ਨੁਕਸ ਵੇਖਦਾ ਤਾਂ ਉਹ ਮਾਹਿਰ ਖੁਸ਼ ਹੁੰਦਾ ਹੈ ਕਿ ਮੈਨੂੰ ਮੌਕਾ ਮਿਲਿਆ ਹੈ ਬੋਲਣ ਦਾ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਪੁਰਸ਼ ਪਲੋ ਦੇਖ ਦੁੱਖ ਭਰੀ ਹੈ, ਦੁੱਖ ਦੇ ਨਾਲ ਗਮ ਦੇ ਨਾਲ ਭਰ ਜਾਂਦਾ ਹੈ ਕਿ ਇਸ ਦੀ ਵਡਿਆਈ ਇੰਨੀ ਕਿਉਂ ਹੈ। ਆਠ ਪਹਿਰ ਚਿਤਵੈ ਨਹੀਂ ਪਹੁੰਚੈ, ਅੱਠੇ ਪੈਰ ਹਰ ਵੇਲੇ ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ। ਬੁਰਾ ਚਿਤਵਤ ਮਰੀ ਹੈ, ਬੁਰਾਈ ਕਰ ਸਕਣ ਤੱਕ ਆਪਣ ਤਾਂ ਸਕਦਾ ਨਹੀਂ। ਬੁਰਾਈ ਦੀ ਵਿਉਂਤ ਸੋਚਦਿਆਂ ਹੀ ਆਤਮਿਕ ਮੋਤੇ ਮਰ ਜਾਂਦਾ। ਜਿਵੇਂ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਸ਼ਰਧਾਲੂ ਹੋਇਆ, ਪਰ ਉਹਦਾ ਜਿਹੜਾ ਬੀਰਬਲ, ਜਿਹਨੂੰ ਕਹਿੰਦੇ ਬੜਾ ਸਿਆਣਾ ਮੰਤਰੀ ਸੀ, ਉਹ ਹਿੰਦੂ ਸੀ। ਉਹਨੇ ਸਿੱਖਾਂ ਦੇ ਪਿੱਛੇ ਲੱਗ ਕੇ ਸ੍ਰੀ ਗੁਰੂ ਅਮਰਦਾਸ ਜੀ ਦਾ ਨੁਕਸਾਨ ਕਰਨਾ ਚਾਹਿਆ। ਗੋਇੰਦਵਾਲ ਸਾਹਿਬ ਤੇ ਚੜ੍ਹ ਕੇ ਆਇਆ, ਭਾਵੇਂ ਹੋਰ ਉੱਪਰ ਭੋਗ ਲੈਂਦਾ, ਪਰ ਰਾਤ ਹੀ ਉਹਨੂੰ ਸੁਨੇਹਾ ਮਿਲਿਆ ਕਿ ਫਲਾਣੀ ਜਗ੍ਹਾ ਤੇ ਬਗਾਵਤ ਹੋ ਗਈ ਹੈ। ਉਧਰ ਨੂੰ ਤੁਰ ਗਿਆ, ਕਹਿੰਦਾ ਉਹਦੀ ਬਾਕੀ ਦੇਖਾਂਗੇ। ਆਉਂਦਿਆਂ ਉਹਨੂੰ ਟਾਈਮ ਹੀ ਨਹੀਂ ਮਿਲਿਆ, ਉੱਥੇ ਹੀ ਮਾਰਿਆ ਮੁਰਿਆ ਗਿਆ। ਇਹ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ। ਦੂਸ਼ਣ ਲਾਉਣ ਵਾਲਾ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ, ਕਿਉਂਕਿ ਉਹਦੀ ਮੌਤ ਉਹਦੇ ਨੇੜੇ ਆ ਢੁੱਕਦੀ ਹੈ। ਹਰ ਜੜ ਸਿਓ ਬਾਦ ਉਠਰੀ ਹੈ, ਤੇ ਉਹ ਹਰੀ ਦੇ ਜੜਾਂ ਦੇ ਨਾਲ ਝਗੜਾ ਪਾ ਕੇ ਬੈਠ ਜਾਂਦਾ ਹੈ, ਝਗੜਾ ਕਰਦਾ ਹੈ। ਨਾਨਕ ਰਾਖਾ ਆਪ ਪ੍ਰਭ ਸੁਆਮੀ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਹੜਾ ਸੁਆਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਡੇ ਦਾਸਾਂ ਦਾ ਆਪ ਰੱਖਿਅਕ ਹੈ। ਕਿ ਆ ਮਾਨਸ ਵਪਰੇ ਕਰੀਏ, ਜਿਹੜੇ ਵਿਚਾਰੇ ਤੁਸ਼ ਜੀਵ ਨੇ ਉਹ ਨਿੰਦਿਆ ਕਰਕੇ, ਆਪਜਸ ਕਰਕੇ, ਔਗਣ ਉਛਾਲ ਕੇ ਬੜਾ ਕੀ ਕਰ ਲੈਣਗੇ। ਇਸ ਲਈ ਉਹਦੀ ਜਿਹੜੀ ਉਮਰ ਹੈ ਅੱਧ ਵਿਚਾਲੇ ਹੀ ਸਮਾਪਤ ਹੋ ਜਾਂਦੀ ਹੈ। ਜੇਕਰ ਆਪਜਸ ਕਰਨ ਵਾਲੇ ਪੁਰਖ ਦੀ ਥੋੜੀ ਬਹੁਤੀ ਭਗਤੀ ਕਰਕੇ ਜਾਂ ਪੁੰਨ ਦਾਨ ਕਰਨੇ ਕਰਕੇ ਪਰਮੇਸ਼ਰ ਨਾਲ ਪ੍ਰੀਤ ਲੱਗ ਵੀ ਜਾਵੇ, ਤਾਂ ਵੀ ਅੱਧ ਵਿਚਾਲੇ ਉਹ ਨਿੰਦਿਆ ਕਰਨ ਵਾਲੇ ਪੁਰਖ ਦੀ ਜਿਹੜੀ ਪ੍ਰੀਤੀ ਹੈ ਉਹ ਟੁੱਟ ਜਾਂਦੀ ਹੈ, ਉਹਦੀ ਪ੍ਰੀਤੀ ਪੂਰੀ ਨਹੀਂ ਨਿਭਦੀ ਹੈ। ਜਨ ਕਾ ਰਾਖਾ ਆਪ ਸੁਆਮੀ। ਮਾਲਕ ਪਰਮੇਸ਼ਰ ਆਪਣੇ ਦਾਸ ਦਾ ਆਪ ਰੱਖੇ ਹੁੰਦਾ ਹੈ। ਬੇਮੁਖ ਕਵਾਈ ਪਹੁੰਚੀ ਮੀਚ, ਅਤੇ ਮਨਮੁਖ ਦੇ ਮਾਰਨੇ ਨੂੰ ਮੌਤ ਆ ਪਹੁੰਚਦੀ ਹੈ। ਸ਼ਰਾਬ ਦੇ ਕਰ ਫੁਰਮਾਨ ਕਰਦੇ ਨੇ, ਕਹਿਆ ਕੋਈ ਨਾ ਸੁਣਾਈ। ਉਸ ਮਨਮੁਖ ਪੁਰਸ਼ ਦਾ ਕਿਹਾ ਹੋਇਆ ਵਚਨ ਜਿਹੜਾ ਹੈ
कोई भी नहीं सुनता, वो अपने आप ही बोली जाता है। न बसन पावै ਉਹ ਪੁਰਖ ਕਿਤੇ ਪਰਲੀ ਪੁਰਖਾਂ ਦੇ ਵਿੱਚ ਇੱਕ ਘੜੀ ਮਾਤਰ ਵੀ ਸੋ ਬੈਠਣਾ ਨਹੀਂ ਪਾਉਂਦਾ, ਕਿਤੇ ਵੀ ਉਹਨੂੰ ਕੋਈ ਬੈਠਣ ਨਹੀਂ ਦਿੰਦਾ ਹੈ। ਜਿਹੜਾ ਨਿੰਦਕ ਪੁਰਸ਼ ਹੈ ਉਹਦੇ ਤੋਂ ਸਾਰੇ ਦੂਰ ਹੀ ਭੱਜਦੇ ਨੇ। ਹਾਂ ਦੁੱਖ ਆਗੈ ਨਰਕ ਪੁੰਚੈ, ਬੇਮੁਖ ਪੁਰਖ ਇਸ ਲੋਕ ਵਿੱਚ ਵੀ ਦੁੱਖ ਭੋਗਦਾ ਹੈ ਅਤੇ ਅੱਗੇ ਲੋਕ ਦੇ ਵਿੱਚ ਵੀ ਨਰਕ ਭੋਗਦਾ ਹੈ। ਜੋਨੀ ਭਰਮਾਵੈ, ਅਤੇ ਨਰਕਾਂ ਵਿੱਚੋਂ ਕੱਢ ਕੇ ਬਹੁਤੀਆਂ ਜੋਨੀਆਂ ਦੇ ਵਿੱਚ ਭਰਮਾਇਆ ਜਾਂਦਾ ਹੈ। ਪ੍ਰਗਟ ਪਾਇਆ ਖੰਡੀ ਬ੍ਰਹਮੰਡੀ, ਆਪ ਜਸ ਕਰਨ ਵਾਲਾ ਬੇਮੁਖ ਪੁਰਖ ਦਾ ਖੰਡਾ ਬ੍ਰਹਮੰਡਾਂ ਵਿੱਚ ਨਿੰਦਕ ਖੋਟਾ ਕਰਮ ਪ੍ਰਗਟ ਹੋਇਆ ਹੈ। ਕੀਤਾ ਆਪਣਾ ਪਾਇਆ, ਕਿਉਂਕਿ ਉਸਨੇ ਆਪਣਾ ਹੀ ਕੀਤਾ ਕਰਮ ਫਲ ਪਾਇਆ ਹੈ, ਪਾਉਣਾ ਕੀਤਾ ਹੈ। ਨਾਨਕ ਸਰਣ ਨਿਰਭਉ ਕਰਤੇ ਕੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਦੇ ਡਰ ਤੋਂ ਰਹਿਤ ਰਚਨਹਾਰ ਪ੍ਰਭੂ ਦੀ ਓੜ ਦੇ ਵਿੱਚ ਪੈ ਕੇ ਆਨੰਦ ਮੰਗਲ ਗੁਣ ਗਾਇਆ। ਆਨੰਦ ਸਰੂਪ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਗਾਇਆ ਹੈ, ਜਾਂ ਆਨੰਦ ਸਰੂਪ ਦੇ ਗੁਣਾਂ ਨੂੰ ਗਾ ਕੇ ਖੁਸ਼ੀ ਨੂੰ ਮਾਣਨਾ ਕੀਤਾ ਹੈ। ਮਾਰਗ ਮਹਲਾ ਪੰਜਵਾ, ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਨੇ। ਕ੍ਰਿਸ਼ਨਾ ਚਾਲਤ ਬਹੁ ਪ੍ਰਕਾਰ, ਬਹੁਤ ਕਿਸਮਾਂ ਕਰਕੇ ਤ੍ਰਿਸ਼ਨਾਲੂ ਪੁਰਖ ਦੀ ਬਿਰਤੀ ਚੱਲਦੀ ਰਹਿੰਦੀ ਹੈ। ਪੂਰਨ ਹੋ ਤਨਾ ਕਤਹੁ ਬਾਤ ਹੈ, ਤ੍ਰਿਸ਼ਨਾਲੂ ਪੁਰਖ ਦੀ ਕਿਸੇ ਗੱਲ ਨਾਲ ਵੀ ਪੂਰਤੀ ਨਹੀਂ ਹੁੰਦੀ। ਭਾਵ ਉਸ ਨੂੰ ਸਵੇਰ ਪਰਬਤ ਵੀ ਰਤੀ ਕੁਝ ਨਾ ਹੀ ਪ੍ਰਤੀਤ ਹੁੰਦਾ ਹੈ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਬੁਰੀਆਂ ਭਾਰ ਅੰਤ ਭਾਰਤੀ ਹਾਰ। ਅੰਦਰੋਂ ਤ੍ਰਿਸ਼ਨਾਲੂ ਪੁਰਖ ਦੀ ਬਿਰਤੀ ਹੀ ਹਾਰ ਪੈਂਦੀ ਹੈ। ਭਾਵ ਉਸ ਦੀ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ। ਸ਼ਰਾਬ ਦੇ ਘਰ ਫਰਮਾਨ ਕਰਦੇ ਨੇ, ਆਤ ਸੁਖ ਨਾ ਸਹਿਜ ਉਪਜੈ, ਇਸ ਤ੍ਰਿਸ਼ਨਾ ਦਾ ਮਹਾਰਾਜ ਕਹਿੰਦੇ ਨੇ ਇਸ ਵਿਵਹਾਰ, ਇਸ ਦਾ ਇਹੀ ਵਿਵਹਾਰ ਹੈ ਕਿ ਇਸ ਦੇ ਧਾਰਨ ਨਾਲ ਜੀਵ ਨੂੰ ਨਾ ਆਤਮਿਕ ਸ਼ਾਂਤੀ ਮਿਲਦੀ ਹੈ, ਨਾ ਹੀ ਸੁਖ ਅਤੇ ਨਾ ਹੀ ਹਿਰਦੇ ਵਿੱਚ ਗਿਆਨ ਪੈਦਾ ਹੁੰਦਾ ਹੈ। ਆਪ ਪਰ ਕਾ ਕਛ ਨ ਜਾਣੈ, ਤ੍ਰਿਸ਼ਨਾਲੂ ਪੁਰਖ ਆਪਣਾ ਤੇ ਪਰਾਇਆਂ ਦਾ ਕੁਝ ਵੀ ਨਹੀਂ ਜਾਣਦਾ। ਕਾਮ ਕ੍ਰੋਧ ਹੈ ਜਾਰ, ਹਰ ਵਕਤ ਕਾਮ ਕ੍ਰੋਧ ਆਦਿਕ ਵਿਸ਼ੇ ਰੂਪ ਅਗਨੀ ਦੇ ਵਿੱਚ ਹੀ ਸੜਦਾ ਰਹਿੰਦਾ ਹੈ। ਤਾਰ ਸਾਗਰ ਦੁਖ ਵਿਆਪਿਓ, ਤ੍ਰਿਸ਼ਨਾਲੂ ਪੁਰਖ ਨੂੰ ਸੰਸਾਰ ਸਮੁੰਦਰ ਵਿੱਚ ਹੀ ਦੁੱਖ ਲੱਗਿਆ ਰਹਿੰਦਾ ਹੈ। ਦਾਸ ਦੇ ਬਹੁ ਤਾਰ, ਸੋ ਉਹ ਤ੍ਰਿਸ਼ਨਾਲੂ ਪੁਰਖ ਸੰਸਾਰ ਸਮੁੰਦਰ ਵਿੱਚ ਦੁਖੀ ਹੋ ਕੇ ਜਾਂ ਦੁੱਖ ਦੇਣ ਵਾਲੇ ਵਿਸ਼ਿਆਂ ਵਿੱਚ ਹੀ ਲੱਗਾ ਰਹਿੰਦਾ ਹੈ। ਪਰ ਹੇ ਪਰਮੇਸ਼ਰ, ਤੂੰ ਮੈਨੂੰ ਆਪਣੇ ਸੇਵਕ ਨੂੰ ਗੁਰਾਂ ਦੁਆਰਾ ਨਾਮ ਦੀ ਦਾਤ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਲੈਣਾ ਕਰ। ਚਰਨ ਕਮਲ ਸਰਣਾਏ ਨਾਨਕ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ हे ਪ੍ਰਭੂ, ਮੈਂ ਸੇਵਕ ਜਾਨਾ ਤੇਰੇ ਚਰਨ ਕਮਲਾਂ ਦੀ
ਓਟ ਦੇ ਵਿੱਚ ਆਇਆ ਸਤ ਸਦਾ ਬਲਿਹਾਰ ਹਰ ਹਮੇਸ਼ਾ ਹਮੇਸ਼ਾ ਤੇਰੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਮਾਰਗ ਮਹੱਲਾ ਪੰਜਵਾ ਸਾਰੇ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ੋਭਾ ਗੁਣ ਉਪਦੇਸ਼ ਉਚਾਰ ਰਹੇ ਨੇ। ਏ ਪਾਪੀ ਪਾਪ ਕਰਮ ਕਰਨ ਵਾਲੇ ਪੁਰਖਾ ਐ ਕਾਵਨ ਕੀ ਮਤ ਲੀਨਾ ਤੂੰ ਜਿਹੜੇ ਮਨਮੁਖ ਪੁਰਖ ਦੀ ਖੋਟੀ ਅਕਲ ਲਈ ਹੈ, ਅਸੀਂ ਤਾਂ ਤੈਨੂੰ ਇਸ ਤਰ੍ਹਾਂ ਦੀ ਕੋਈ ਅਕਲ ਨਹੀਂ ਸਿਖਾਈ। ਤੂੰ ਪੁੱਠੇ ਕਰਮਾਂ ਦੇ ਵਿੱਚ ਹੀ ਆਪਣੇ ਆਪ ਨੂੰ ਲਾਇਆ ਹੋਇਆ ਹੈ। ਜਿਹੜੀ ਖੋਟੀ ਮਤ ਲਈ ਹੈ, ਇਹ ਖੋਟੀ ਮਤ ਲਈ ਹੈ। ਮੁਖ ਕਰੀ ਨਾ ਸਿਮਰ ਸੁਆਮੀ ਉਸ ਮਾਲਕ ਪਰਮੇਸ਼ਰ ਨੂੰ ਤੂੰ ਇੱਕ ਨਿਮਕ ਛਿਨ ਮਾਤਰ ਵੀ ਘੜੀ ਵਿੱਚੋਂ ਯਾਦ ਨਹੀਂ ਕਰਦਾ। ਯੋ ਪਿੰਡ ਜਨ ਦੀਨਾ ਜਿਸ ਵਾਹਿਗੁਰੂ ਨੇ ਤੈਨੂੰ ਸੂਖਮ ਸਰੀਰ, ਸਥੂਲ ਸਰੀਰ ਤੇ ਕਾਰਨ ਸਰੀਰ ਦਿੱਤਾ ਹੈ, ਉਸ ਵਾਹਿਗੁਰੂ ਨੂੰ ਤੂੰ ਇੱਕ ਨਿਮਕ ਤੇ ਘੜੀ ਮਾਤਰ ਵੀ ਸਿਮਰਦਾ ਨਹੀਂ ਹੈ। ਵਿਸ਼ਵਾਸ ਦੇ ਕਰ ਫਰਮਾਨ ਕਰਦੇ ਨੇ। ਆਤ ਪੀਵਤ ਸਵੰਤ ਸੁਖੀਆ ਪਾਪ ਕਰਮ ਕਰਨ ਵਾਲੇ ਜੀਵ ਤੂੰ ਸਵਾਦਲੇ ਪਦਾਰਥਾਂ ਨੂੰ ਖਾਂਦੇ ਆ, ਰਸਾ ਕਸਣ ਦੀ ਤਾਈ ਪੀਂਦੇ ਆ ਅਤੇ ਆਰਾਮਦਾਇਕ ਸੇਜਾਂ ਤੇ ਸੌਂਦੇ ਆ, ਸੁਖੀ ਹੁੰਦਾ ਹੈ। ਨਾਮ ਸਿਮਰਤ ਖੀਨ ਪਰ ਪਰਮੇਸ਼ਰ ਦਾ ਨਾਮ ਸਿਮਰਦਿਆਂ ਤੋਂ ਦੁਖੀ ਹੁੰਦਾ ਹੈ, ਜਾਂ ਮਰਨ ਵਾਲਿਆਂ ਵੱਤ ਹੋ ਜਾਂਦਾ ਹੈ, ਜਾਂ ਤੀਰਾ ਮਰ ਜਾਣਾ ਹੀ ਹੁੰਦਾ ਹੈ। ਕਹਿੰਦੇ ਨੇ ਸਾਰੋ ਦਿਨਸ ਮਜ਼ਦੂਰੀ ਕਰੇ, ਆਪ ਦੇ ਪੇਟ ਖਾਤਰ, ਆਪ ਦੇ ਬੱਚਿਆਂ ਖਾਤਰ ਸਾਰੀ ਦਿਹਾੜੀ ਮਿਹਨਤ ਮਜ਼ਦੂਰੀ ਤੂੰ ਕਰਦਾ ਹੈ, ਪਰ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਹਰੀ ਸਿਮਰਨ ਦੇ ਵੇਲੇ ਤੇਰੇ ਸਿਰ ਉੱਪਰ ਬੱਜਰ ਕਿੰਨਰ ਦਾ ਸ਼ਸਤਰ ਵੱਜਦਾ ਹੈ, ਇਹ ਉਦੋਂ ਦੁਖੀ ਹੁੰਦਾ ਹੈ। ਗਰਭ ਉਦਰ ਬਿਲ ਲਾਡ ਕਰਤਾ ਜਦ ਤੂੰ ਕੁਪਤਸਤਾਨ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਦਾ ਵਿਲਾਪ ਕਰਦਾ ਸੀਗਾ, ਜਾਂ ਮਾਤਾ ਦੇ ਪੇਟ ਦੇ ਜਾਲੇ ਵਿੱਚ ਪਿਆ ਹੋਇਆ ਵਿਲਾਪ ਕਰਦਾ ਸੀ, ਤਾਹਾਂ ਹੋਵਤ ਦੀਨਾ ਉਸ ਜਗ੍ਹਾ ਤੂੰ ਬਹੁਤ ਦੀਨਤਾ ਵਾਲੇ ਸੁਭਾਅ ਵਾਲਾ ਬਣਿਆ ਹੁੰਦਾ ਸੀ। ਬੜੀ ਹੱਥ ਜੋੜ ਕੇ ਨਿਮਰਤਾ ਵਿੱਚ ਅਰਦਾਸਾਂ ਕਰਦਾ ਸੀਗਾ। ਹੁਣ ਤੇਰੀ ਧੌਣ ਹੀ ਨਹੀਂ ਮਿਲੀ ਹੁੰਦੀ, ਇੰਨੀ ਵੀ ਕਾਹਦੀ ਆਕੜ ਜਾਂ ਹੰਕਾਰ ਕੀ ਹੋਇਆ। ਉਸੇ ਪ੍ਰਭੂ ਨੇ ਤੈਨੂੰ ਜਨਮ ਦਿੱਤਾ ਹੈ, ਉਸ ਦਾ ਤੂੰ ਨਾਮ ਨਹੀਂ ਜਪਦਾ, ਉਹਨੂੰ ਨਤਮਸਤਕ ਨਹੀਂ ਹੁੰਦਾ ਹੈ। ਮਹਾਮਾਦ ਬੇਕਾਰ ਬਾਦਾ ਪਾਪ ਕਰਮ ਕਰਨ ਵਾਲੇ ਜੀਵ ਤੂੰ ਵੱਡੇ ਵੱਡੇ ਨਸ਼ਿਆਂ ਦੀ ਬਸਤੀ ਵਿੱਚ ਲੱਗਣੇ ਕਰਕੇ ਵਿਕਾਰਾਂ ਦਾ ਬੰਨਿਆ ਹੋਇਆ ਹੈ, ਜਾਂ ਮਹਾਮਦ ਤੇ ਕਾਮਦ ਵਿਕਾਰਾਂ ਦਾ ਬੰਨਿਆ ਹੋਇਆ। ਅਨਕ ਜੋਨ ਭ੍ਰਮੀਨਾ ਅਨੇਕਾਂ ਦੁਨੀਆਂ ਵਿੱਚ ਹੱਡ ਦੀਆਂ ਟੱਟਾਂ ਵਾਂਗ ਭਰਮਦਾ ਰਹਿੰਦਾ ਹੈ। ਗੋਬਿੰਦ ਬਿਸਰੇ ਕਵਨ ਦੁਖ ਗਾਨੀਆਂ ਪਰਮੇਸ਼ਰ ਦੇ ਭੁੱਲਣੇ ਕਰਕੇ ਕਿਹੜੇ ਦੁੱਖ ਗਿਣ ਕੇ ਦਸੀਏ। ਭਾਵ ਬਹੁਤ ਦੁੱਖ ਨੇ ਜੋ ਤੈਨੂੰ ਚੰਬੜਨਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਜੀਵ, ਨਾਨਕ ਹਰ ਪਦ ਚੀਨਾ ਜੇਕਰ ਤੂੰ ਸੁਖ ਚਾਹੁੰਦਾ ਹੈ ਤਾਂ ਹਰੀ ਪਰਮੇਸ਼ਰ ਦੀ ਪਦਵੀ ਨੂੰ ਗੁਰਾਂ ਦੁਆਰਾ ਜਾਣਨਾ ਕਰ, ਜਾਂ ਹਰੀ ਦੇ ਚਰਨ ਕਮਲਾਂ ਨੂੰ ਜਾਣਨਾ ਕਰ। ਸਾਰਗ ਮਹਲਾ ਪੰਜਵਾ ਪਹਿਲੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ
ਸੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਮਾਈ ਇਹ ਮਾਤਾ ਪਿਤਾ ਦੀ ਤਰ੍ਹਾਂ ਸੰਤ ਜਨੋ ਚਰਨ ਹੈ ਓਟ ਗਈ। ਮੈਂ ਪਰਮੇਸ਼ਰ ਦੇ ਚਰਨ ਕਮਲਾਂ ਦੀ ਟੇਕ ਪਕੜ ਲਈ ਹੈ। ਦਰਸ਼ਨ ਵੇਖ ਮੇਰਾ ਮਨ ਮੋਹਿਓ। ਸੋ हे ਮਹਾਰਾਜ, ਹੁਣ ਪਰਮੇਸ਼ਰ ਦੇ ਦਰਸ਼ਨ ਦੀ ਰਾਹ ਵੇਖ ਕੇ ਮੇਰਾ ਮਨ ਮੇਰਾ ਚਿੱਤ ਪ੍ਰਭੂ ਪ੍ਰੇਮ ਦੇ ਵਿੱਚ ਮੋਹਿਆ ਗਿਆ ਹੈ। ਜਾਂ ਸ੍ਰੇਸ਼ਟ ਮਤੀ ਆਉਣ ਕਰਕੇ ਗੁਰਮਤਿ ਜਾਪ ਬਾਹੀ। ਜਿਹੜੀ ਮੇਰੀ ਖੋਟੀ ਮੱਤ ਉਹ ਰੁੜੀ ਗਈ ਹੈ, ਹੁਣ ਰੁੜਦੀ ਜਾਂਦੀ ਹੈ। ਖੋਟੀ ਮੱਤ ਦੂਰ ਹੋਈ ਜਾਂਦੀ ਹੈ। ਜਿਹੜੀ ਜ਼ਿੰਦਗੀ ਖੋਟੀ ਮੱਤ ਕਰਕੇ ਰੁੜੀ ਜਾ ਰਹੀ ਸੀ, ਉਸ ਮਤੀ ਆਉਣ ਕਰਕੇ ਹੁਣ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਵੇਖ ਕੇ ਚਿੱਤ ਪ੍ਰਭੂ ਪ੍ਰੇਮ ਦੇ ਵਿੱਚ ਮੋਹਿਆ ਗਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅਗ ਹੈ ਅਗਾਧ ਊਚ ਅਬਿਨਾਸੀ। ਜੋ ਗ੍ਰਹਿਣ ਕਰਨ ਤੋਂ ਰਹਿਤ, ਪਕੜਨ ਤੋਂ ਰਹਿਤ, ਡੂੰਘਾ, ਤਿੰਨਾਂ ਗੁਣਾਂ ਤੋਂ ਉੱਚਾ ਹੈ। ਤਿੰਨਾਂ ਗੁਣਾਂ ਤੋਂ ਅਤੀਤ ਅਤੇ ਨਾਸ਼ ਤੋਂ ਰਹਿਤ ਪਰਮੇਸ਼ਰ ਹੈ। ਕੀਮਤ ਜਾਤ ਨਾ ਕਹੀ। ਉਸ ਦੇ ਗੁਣਾਂ ਦੀ ਕੀਮਤ ਕਿਸੇ ਪਾਸੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ। ਜਲ ਥਲ ਪੇਖ ਪੇਖ ਮਨ ਬਿਗਸਿਓ। ਤਰਲ ਥਾਵਾਂ ਤੇ ਖੁਸ਼ਕ ਥਾਵਾਂ ਵਿੱਚ ਉਸ ਪਰਮੇਸ਼ਰ ਨੂੰ ਵੇਖ ਵੇਖ ਕੇ ਜਿਹੜਾ ਮੇਰਾ ਮਨ ਹੈ, ਮੇਰਾ ਚਿੱਤ ਹੈ, ਉਹ ਖਿੜਾਇਆ ਹੈ। ਦੂਰ ਰਹਿਓ ਸਭ ਮਾਹੀ। ਜੋ ਸਾਰੀ ਪ੍ਰਿਥਵੀ ਵਿੱਚ ਪੂਰਨ ਹੋ ਰਿਹਾ ਹੈ। ਇਸ ਪ੍ਰਕਾਰ ਜਲ ਥਲ ਪੇਖ ਪੇਖ ਮਨ ਬਿਗਸਿਓ। ਜਲ ਦੀ ਨਿਆਈ ਪ੍ਰੇਮੀਆਂ ਦੇ ਅੰਦਰ, ਥਲ ਦੀ ਨਿਆਈ ਖੁਸ਼ਕ ਹਿਰਦੇ ਵਾਲੇ, ਕ੍ਰੋਧੀ ਅਵੈੜਾ ਬੋਲਣ ਵਾਲੇ ਪੁਰਖਾਂ ਦੇ ਅੰਦਰ ਉਸ ਪਰਮੇਸ਼ਰ ਦੇ ਦੀਦਾਰ ਵੇਖ ਵੇਖ ਕੇ ਮੇਰਾ ਮਨ ਖਿੜ ਆਇਆ ਹੈ। ਜੋ ਪਰਮੇਸ਼ਰ ਪੂਰ ਰਹਿਓ ਸਭ ਮਾਹੀ। ਸਾਰਿਆਂ ਦੀ ਬੁੱਧ ਰੂਪ ਧਰਤੀ ਵਿੱਚ ਪਰਿਪੂਰਨ ਹੋ ਰਿਹਾ ਹੈ। ਦੀਨ ਦਇਆਲ ਪ੍ਰੀਤਮ ਮਨ ਮੋਹਨ। ਇਹ ਮਾਤਾ ਪਿਤਾ ਰੂਪ ਸੰਤ ਜਨੋ ਮਿਲ ਸਾਧ ਹੈ ਕੀਨੋ ਸਹੀ। ਮੈਂ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ ਮਿਲਾਪ ਕਰਕੇ ਇਹੀ ਨਿਸ਼ਚਾ ਭਰੋਸਾ ਕੀਤਾ ਹੈ ਕਿ ਉਹ ਪਰਮੇਸ਼ਰ ਗਰੀਬਾਂ ਤੇ ਦਇਆ ਕਰਨ ਵਾਲਾ, ਪਰਮ ਪ੍ਰੇਮ ਦਾ ਆਸਪਦ ਰੂਪ ਅਤੇ ਭਗਤ ਜਨਾਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਹੈ। ਜਾਂ ਭਗਤਾਂ ਦੇ ਅੰਦਰ ਮਨ ਵਿੱਚੋਂ ਦੁਨੀਆ ਅਤੇ ਮਾਇਆ ਦੇ ਮੋਹ ਨੂੰ ਮਿਟਣ ਵਾਲਾ ਹੈ। ਸਿਮਰ ਸਿਮਰ ਜੀਵਤ ਹਰਿ ਨਾਨਕ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਉਸ ਹਰੀ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਜਿਉਂਦਾ ਹਾਂ। ਜਮ ਕੀ ਭੀੜ ਨਾ ਫਹੀ। ਇਸ ਕਰਕੇ ਮੇਰੀ ਬਿਰਤੀ ਯਮਾਂ ਦੀ ਭੀੜ ਵਿੱਚ ਨਹੀਂ ਫਸੀ। ਉਸ ਪਰਮੇਸ਼ਰ ਦੇ ਸਿਮਰਨ ਨੂੰ ਮਨ ਬਾਣੀ ਸਰੀਰ ਦੁਆਰਾ ਯਾਦ ਕਰਕੇ ਆਤਮਿਕ ਜੀਵਨ ਵੱਲ ਜਿਉਂਦੇ ਹੋਈਦਾ ਹੈ ਅਤੇ ਜਮਾਂ ਦੀ ਭੀੜ ਵਿੱਚ ਵੀ ਨਹੀਂ ਫਸੀਦਾ। ਸਾਰਗ ਮਹਲਾ ਪੰਜਵਾ। ਸਾਰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ। ਮਾਤਾ ਪਿਤਾ ਰੂਪ ਸੰਤ ਜਨੋ ਮਨ ਮੇਰੋ ਮਤਵਾਰੋ। ਸਾਡਾ ਮਨ ਸਾਡਾ ਚਿੱਤ ਪਰਮੇਸ਼ਰ ਦੇ ਨਾਮ ਸਿਮਰਨ ਕਰਨ ਵਿੱਚ ਮਸਤਾਨਾ ਹੋ ਗਿਆ ਹੈ। ਜਾਂ ਮਤ ਵਾਰੋ ਸਰੂਪ ਦੀ ਪ੍ਰਾਪਤੀ ਵਾਲੀ ਆਤਮ ਸ਼ੈਣੀ ਮਤ ਵਾਲਾ ਹੋ ਗਿਆ ਹੈ। ਜਾਂ ਮਨ ਵਿੱਚੋਂ ਚੰਚਲਤਾਈ ਕਰਨ ਵਾਲੀ ਅਕਲ ਨੂੰ ਵਜ ਦਿੱਤਾ, ਰੋਕ ਦਿੱਤਾ ਹੈ। ਵੇਖ ਦਇਆਲ ਆਨੰਦ ਸੁਖ ਪੂਰਨ
परमेश्वर नूं वेख के आत्मक आनंद या स्वै स्वरूप का आनंद अते पूरा सुख प्राप्त होया है। हर रस रपियो खुमारो अते मन हरि परमेश्वर के प्रेम दे विच ऐसा रंगिया गया है कि हर वक्त नाम दी मस्ती चढ़ी रही है। विश्राम देकर फरमान करते हैं निर्मल भये उजल जस गावत निर्मल परमेश्वर दे जस कीर्तन नूं गाउंदियां मन करके ऐसे गुजर हो गए हैं। और न होवत कारो मुड़ के पापा नूं मैल करके काला नहीं होवांगे। कमल स्यों डोरी राची सच्चे गुरां दे चरण कमलों दे नाल चित्त दी बिरती रच गई लग गई है। छड्यो पुरख अपारो के प्रकृति दे पारावार तो रहत पूर्ण परमेश्वर दे नाल मिल गए हैं। कर गह लीने सर बस दीने जद उस परमेश्वर ने मेरा मन रूपी हाथ पकड़ के अपनी लिब दे विच लीन कर लिया तदों मानो परमेश्वर ने सारा सर्वस्व ही दान दे विच दे दिता है। इस प्रकार कर गह लीने सर बस दीने जदों असी अपना सर्वस्व ही परमेश्वर दे चरण कमलों विच अर्प दिता भाव तन मन धन सब कुछ परमेश्वर नूं भेटा रूप दे विच दे दिता अपनी मन की मत छड्ड दिती तदों परमेश्वर ने साडा कर गह लीने मन रूपी हाथ पकड़ के अपने स्वरूप दे विच अभेद कर लिया। दीपक पायो उजारो अते हृदय दे अंदर ज्ञान रूप दीवे दा प्रकाश हो गया है। नानक नाम रसक बैरागी सतगुरु महाराज साहब जी कथन करते हैं कि जेड़ा नाम दे रसीए महात्मा जन संसार के पदार्थों वालों वैरागवान हुए हन। समूहा तारो उन्होंने अपनिया पिछे बेगत हुई सारिया कुला तार लिया हन। सारग महला पंजवा सारग राग दे विच सतगुरु पंजवें पातशाह श्री गुरु अर्जन देव साहिब जी महाराज शोभावन फरमान करते हैं। आई रे माता पिता रूप संत जनो आन सिमर मर जाहे परमेश्वर नूं छड्ड के होरना देवी देवतियां नूं सिमरन वाले पुरख मर करके जूना दे विच ही जाते हैं या मौत दे मारे मरते जाते हैं या द्वैत नूं सिमरन वाले परमेश्वर वालों मर जाते हैं क्योंकि त्याग गोबिंद जीवन को दाता जो सब जीवन का दाता अते पृथ्वी का पालक परमेश्वर है उसनूं छड्ड के माया संग लपटाए सदा शारूप माया दे नाल लपटे रहिंदे फसे रहिंदे हन। विश्राम देकर फरमान करदे ने नाम विसार चल है अनमार्ग जो परमेश्वर दे नाम नूं भुला के आनंद वैत दे रस्ते उपर चलदे ने नरक घूर मह पाए ओह पुरख भयानक नरक दे विच पैंदे हन। अनक सजाई गणत न आवे उन्हां नूं बेअंत सजावां मिलदियां ने
जिन्हां दी गिनती नहीं आउंदी। गर्भ प्रमाहि आरो कई बार माता दे पेट विच छड़ जाया करनगे, फिर माता दे पेट विच स्थित हो जाया करनगे। इउं बार बार जुनां दे विच भरमदे रहणगे। धनवंते से पतवंते ਉਹੀ ਨਾਮ ਰੂਪ ਧਨ ਵਾਲੇ ਧਨਾੜ ਪੁਰਖ ਹਨ ਅਤੇ ਉਹੀ ਇੱਜ਼ਤ ਵਾਲੇ ਨੇ। ਹਰ ਕੀ ਸਰਣ ਸਮਾਹਿ ਜਿਹੜੇ ਹਰੀ ਪਰਮੇਸ਼ਰ ਦੀ ਓਟ ਦੇ ਵਿੱਚ ਸਮਾਉਂਦੇ ਨੇ ਜਾਂ ਪਰਮੇਸ਼ਰ ਦੀ ਓਟ ਦੇ ਵਿੱਚ ਸਮਾਹੜੇ ਆਨੰਦ ਨੂੰ ਪਾਉਂਦੇ ਹਨ। ਗੁਰ ਪ੍ਰਸਾਦ ਨਾਨਕ ਜਗ ਜੀਤਿਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਪੁਰਖਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਭੂ ਨਾਮ ਨੂੰ ਜਪ ਕੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਮੋਰ ਨਾ ਆਵਹਿ ਜਾਇ ਇਸੇ ਕਰਕੇ ਉਹ ਮੁੜ ਨਾ ਤਾਂ ਜੰਮ ਕੇ ਆਉਂਦੇ ਨੇ ਤੇ ਨਾ ਹੀ ਮਰ ਕੇ ਕਿਤੇ ਜਾਂਦੇ ਨੇ, ਜਾਂ ਮਾਤਾ ਦੇ ਗਰਭ ਰਾਹੀਂ ਜਨਮ ਧਾਰ ਕੇ ਆਉਂਦੇ ਨਹੀਂ ਤੇ ਮਰ ਕੇ ਮੌਤ ਦੇ ਮੂੰਹ ਦੇ ਵਿੱਚ ਜਾਂਦੇ ਨਹੀਂ ਹਨ। ਮਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋ ਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਹਰ ਕਾਟੀ ਕੁਟਿਲਤਾ ਕੁਠਾਰ ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਰੂਪ ਕੁਹਾੜੇ ਦੇ ਪ੍ਰਹਾਰ ਨਾਲ ਕਪਟ ਡੇਢਤਾਈ ਰੂਪ ਲੱਕੜੀ ਕੱਟ ਦਿੱਤੀ ਹੈ। ਭ੍ਰਮ ਬਨ ਦਹਨ ਪਾਏ ਖਿਨ ਭੀਤਰ ਇੱਕ ਛਿਣ ਦੇ ਵਿੱਚ ਸੜ ਕੇ ਜੋ ਸਵਾਹ ਹੋ ਗਿਆ ਹੈ। ਜਿਹੜਾ ਭਰਮ ਸੀਗਾ ਇਹ ਭਰਮ ਜੰਗਲ ਦੀ ਤਰ੍ਹਾਂ ਸੀਗਾ, ਜਿਸ ਤਰ੍ਹਾਂ ਜੰਗਲ ਨੂੰ ਡੋ ਅਗਨੀ ਮਿੰਟਾਂ ਸਕਿੰਟਾਂ ਸਾੜ ਕੇ ਸਵਾਹ ਕਰ ਦਿੰਦੀ ਹੈ, ਇਸ ਤਰ੍ਹਾਂ ਰਾਮ ਨਾਮ ਪ੍ਰਹਾਰ ਰਾਮ ਪਰਮੇਸ਼ਰ ਦੀ ਨਾਮ ਰੂਪ ਤੇਜ ਪ੍ਰਹਾਰ ਅਗਨੀ ਦੇ ਨਾਲ ਭਰਮ ਰੂਪੀ ਜੰਗਲ ਇੱਕ ਖੇਡ ਦੇ ਵਿੱਚ ਸੜ ਕੇ ਸਵਾਹ ਹੋ ਗਿਆ ਹੈ। ਰਾਮ ਦੇ ਘਰ ਫਰਮਾਨ ਕਰਦੇ ਨੇ। ਆਮ ਕ੍ਰੋਧ ਨਿੰਦਾ ਪਰ ਹਰੀਆ। ਜਿਨ੍ਹਾਂ ਗੁਰਮੁਖਾਂ ਨੇ ਕਾਮ ਮਦ ਵਾਸ਼ਨਾ ਬਿਨਾਂ ਕਾਰਨ ਤੋਂ ਕ੍ਰੋਧ ਗੁੱਸਾ ਕਰਨਾ, ਕੋਈ ਗੱਲ ਹੋਵੇ ਤਾਂ ਤੇ ਗੁੱਸਾ ਕੀਤਾ ਜਾਂਦਾ, ਪਰ ਬੇਵਜ੍ਹਾ ਹੀ ਫਜ਼ੂਲ ਦਾ ਹੀ ਗੁੱਸਾ ਕਰੀ ਜਾਣਾ ਇਹ ਗੁਰਮੁਖਾਂ ਦੇ ਮਨ ਵਿੱਚੋਂ ਨਿਕਲ ਗਿਆ ਹੈ। ਮਹਾਰਾਜ ਕਹਿੰਦੇ ਨੇ ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਦੇ ਤੇ ਬਹੁ ਨਾ ਆਇਆ। ਸੋ ਵੈਰ ਵਿਰੋਧ ਮਿਟੇ ਤੇ ਮਨ ਦੇ ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਹੜੀ ਗੁਰਬਾਣੀ ਹੈ ਇਹਦੀ ਆਸਾ ਦੀ ਵਾਰ ਦਾ ਕੀਰਤਨ, ਆਰਤੀ ਸ਼ਬਦਾਂ ਦਾ ਕੀਰਤਨ ਕਰਨ ਅਤੇ ਸੁਣਨ ਦਾ ਇਹ ਲਾਭ ਹੈ ਕਿ ਜੰਮਣ ਅਤੇ ਮਰਨ ਦਾ ਗੇੜਾ ਮਿਟ ਜਾਂਦਾ ਹੈ, ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਪੁਰਾਣਾ ਵੈਰ ਜਿਵੇਂ ਬਿੱਲੀ ਤੇ ਕੁੱਤੇ ਦਾ ਹੈ ਤੇ ਵਿਰੋਧ ਮਿੰਟ ਮਿੰਟ ਦੇ ਜਿਹੜਾ ਖਹਿਬਾਜੀ ਹੈ, ਝਗੜਾ ਹੈ, ਵਿਰੋਧ ਕਰਨਾ ਹੈ, ਕਿਸੇ ਦੀ ਕਹੀ ਹੋਈ ਗੱਲ ਨੂੰ ਕੱਟ ਦੇਣਾ ਹੈ, ਗੁੱਸੇ ਦੇ ਵਿੱਚ ਆ ਕੇ ਸੋ ਨਹੀਂ ਮੰਨਣੀ ਹੈ, ਇਹ ਕੀਰਤਨ ਸੁਣਨ ਵਾਲਿਆਂ ਦੇ ਮਨ ਵਿੱਚੋਂ ਚਲਿਆ ਜਾਂਦਾ ਹੈ। ਤੇ ਜੇ ਨਹੀਂ ਗਿਆ ਸਮਝ ਲਓ ਵੀ ਕੀਰਤਨ ਸੁਣਿਆ ਨਹੀਂ। ਸੋ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਕਾਮ ਮਦ ਵਾਸ਼ਨਾ ਦਾ ਫੁਰਨਾ, ਬਿਨਾਂ ਹੀ ਕਾਰਨ ਤੋਂ ਗੁੱਸਾ ਕਰਨਾ ਤੇ ਨਿੰਦਾ ਅਪਕੀਰਤੀ ਆਦਿਕ ਇਹ ਸਭ ਤਿਆਗ ਦਿੱਤੀਆਂ ਨੇ। ਸਾਡੇ ਸਾਧੂ ਕੈ ਸੰਗ ਮਾਰ ਅਤੇ ਸਾਧੂ ਸ੍ਰੇਸ਼ਟ ਜਨਾਂ ਦੇ ਸਾਥ ਦੁਆਰਾ ਸਾਮਨਵ ਸਾਧਨਾਂ ਦੀ ਮਾਰ ਕੁੱਟ ਪਾ ਕੇ ਹਿਰਦੇ ਦੇ ਅੰਦਰੋਂ ਬਾਹਰ ਕੱਢ ਦਿੱਤਾ ਹੈ।
ਜਾਂ ਕਾਮ ਵਿਰੋਧ ਆਪਜਸ ਕਰਨਾ ਅਤੇ ਪਰ ਪਰਾਇਆ ਧਨ ਹਰੀਆ ਚਰਾਉਣਾ ਆਦਿਕ ਔਗਣਾਂ ਵਾਲੇ ਸੁਭਾਵ ਨੂੰ ਸੰਤਾਂ ਦੇ ਸੰਗ ਦੁਆਰਾ ਸਾਵਧਾਨ ਸਾਧਨਾ ਦੀ ਮਾਰ ਪਾ ਕੇ ਹਿਰਦੇ ਵਿੱਚੋਂ ਕੱਢ ਦਿੱਤਾ ਹੈ। ਜਨਮ ਪਦਾਰਥ ਗੁਰਮੁਖ ਜੀਤਿਆ। ਗੁਰਮੁਖਾਂ ਨੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਸ਼ੁਭ ਗੁਣਾਂ ਦੇ ਸਹਿਤ ਹੋ ਕੇ ਭਾਵ ਔਗਣਾਂ ਨੂੰ ਮੇਟ ਕੇ ਜਿੱਤ ਲਿਆ ਹੈ। ਜੂਐ ਹਾਰ ਮੁੜ ਕੇ ਵਿਸ਼ਿਆਂ ਰੂਪ ਜੂਏ ਦੇ ਵਿੱਚ ਹਾਰਨਗੇ ਨਹੀਂ, ਜਾਂ ਆਪਣੇ ਜੀਵਨ ਨੂੰ ਵਿਸ਼ੇ ਵਾਸਨਾ ਨਾਲ ਦੇਖਣ ਸੁਗਣ ਦੇ ਵਿੱਚ ਨਹੀਂ ਹਾਰਦੇ, ਪਰ ਵਿਸ਼ਿਆਂ ਦੇ ਪ੍ਰੈਣ ਨਹੀਂ ਹੁੰਦੇ। ਆਠ ਪਹਿਰ ਪ੍ਰਭ ਕੀ ਗੁਣ ਗਾਵੈ। ਗੁਰਮੁਖ ਜਨ ਅੱਠੇ ਪਹਿਰ ਪਰਮੇਸ਼ਰ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਨੇ। ਜਿਸ ਤਰ੍ਹਾਂ ਜਿਹੜਾ ਲੁਹਾਰ ਹੈ ਉਹ ਸਵੇਰੇ 2 ਵਜੇ ਉੱਠ ਕੇ ਲੋਹਾ ਕੁੱਟਣ ਲੱਗ ਪੈਂਦਾ, ਉਹਨੂੰ ਹੋਰ ਕੋਈ ਕੰਮ ਨਹੀਂ। ਇਹਦੇ ਵੀ ਗੁਰਦੁਆਰੇ ਆਓ, ਨਹਾ ਧੋ ਕੇ ਨਿਤਨੇਮ ਕਰੋ, ਮੱਥਾ ਟੇਕੋ, ਉੱਠਦਿਆਂ ਸਾਰ ਹੀ ਕੋਲੇ ਪਕਾਉਣੇ ਪੱਠੀ। ਅੱਜ ਕੱਲ੍ਹ ਠੰਡ ਦੇ ਦਿਨ ਨਾਲੇ ਅੱਗ ਸੇਕੋ, ਨਾਲੇ ਠੁੱਕ ਠੁੱਕ ਠਾ ਠਾ। ਜਿਹੜਾ ਕਿਸਾਨ ਜ਼ਿਮੀਂਦਾਰ ਹੈ ਉੱਠਦਿਆਂ ਸਾਰ ਹੀ ਹਲ ਜੋ ਲੈਂਦਾ। ਅੱਜ ਕੱਲ੍ਹ ਹੋਰ ਜ਼ਮਾਨਾ ਆ ਗਿਆ, ਮਤਲਬ ਕੋਈ ਵੀ ਕੰਮ ਹੈ ਉਹ ਆਪੋ ਆਪਣਾ ਸਾਰੇ ਰੁਚੀ ਦੇ ਨਾਲ ਦਿਨੇ ਵੀ ਕਰਦੇ, ਰਾਤ ਵੀ ਕਰਦੇ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ, ਸੰਤ ਜਨ ਨੇ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ, ਬਸ ਨਿਤਨੇਮ ਕਰਨਾ, ਕਥਾ ਕੀਰਤਨ ਕਰਨਾ, ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਣੇ। ਇਉਂ ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਅੱਠੇ ਪਹਿਰ ਗੁਰਮੁਖ ਜਨ ਪਰਮੇਸ਼ਰ ਦੇ ਗੁਣਾਂ ਨੂੰ ਹੀ ਗਾਉਂਦੇ ਰਹਿੰਦੇ ਨੇ। ਪੂਰਨ ਸ਼ਬਦ ਵਿਚਾਰ ਅਤੇ ਪੂਰੇ ਗੁਣਾਂ ਦੇ ਉਪਦੇਸ਼ ਦੀ ਵਿਚਾਰ ਹੀ ਕਰਦੇ ਰਹਿੰਦੇ ਹਨ, ਜਾਂ ਗੁਰਾਂ ਦੁਆਰਾ ਪੂਰਨ ਬ੍ਰਹਮ ਦੀ ਪ੍ਰਾਪਤੀ ਦੀ ਵਿਚਾਰ ਹੀ ਕਰਦੇ ਰਹਿੰਦੇ ਨੇ। ਉਹਨਾਂ ਗੁਰਮੁਖਾਂ ਦੇ ਅੰਦਰ ਇਤਨੀ ਨਿਮਰਤਾ ਆ ਜਾਂਦੀ ਹੈ ਕਿ ਪਰਮੇਸ਼ਰ ਦੇ ਸਨਮੁਖ ਇੰਝ ਬੇਨਤੀ ਕਰਦੇ ਹਨ ਕਿ ਨਾਨਕ ਦਾਸੰ ਦਾਸ ਜਨ ਤੇਰਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਦਰ ਕਰਦੇ ਨੇ ਕਿ हे ਪਰਮੇਸ਼ਰ, ਜੋ ਪੁਰਖ ਤੇਰਾ ਦਾਸਾਂ ਦਾ ਵੀ ਦਾਸ ਹੈ, ਜਾਂ ਜੋ ਪੁਰਖ ਤੇਰੇ ਦਾਸਾਂ ਦਾ ਪਾਣੀ ਭਰਨ ਵਾਲਾ ਦਾਸ ਹੈ। ਪੁਨః ਨਮਸਕਾਰ। ਅਸੀਂ ਉਸ ਪੁਰਖ ਨੂੰ ਬਾਰ ਬਾਰ ਨਮਸਕਾਰ, ਡੰਡੌਤ ਬੰਦਨਾ, ਅਰਗ ਬਾਰ ਜੋ ਬਾਰੇ ਨਮਸਕਾਰ ਬੰਦਨਾ ਕਰਦੇ ਹਾਂ। ਸਾਰਗ ਮਹਲਾ ਪੰਜਵਾ। ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਖੁਦ ਸ੍ਰੀ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਦੇ ਪਾਸੋਂ ਵੱਡੇ ਗੁਰੂ ਸਾਹਿਬਾਨਾਂ ਦੀ ਰਚੀ ਬਾਣੀ ਦੀਆਂ ਪੋਥੀਆਂ ਲੈਣ ਲਈ ਗਏ ਸਨ, ਉਸ ਵਕਤ ਸਤਿਗੁਰਾਂ ਨੇ ਪਹਿਲਾਂ ਸ੍ਰੀ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ, ਕੇਸੀ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਬੌਲੀ ਦੇ ਵਿੱਚ ਖਲੋ ਕੇ ਪਾਠ ਕੀਤਾ। ਫਿਰ ਵਸਤਰ ਬਦਲ ਕੇ ਬਾਬਾ ਮੋਹਨ ਜੀ ਦੇ ਚੁਬਾਰੇ ਕੋਲ ਹੇਠਾਂ ਗਲੀ ਵਿੱਚ ਬੈਠ ਕੇ ਆਪ ਸਤਿਗੁਰਾਂ ਨੇ ਕੀਰਤਨ ਕੀਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਸ਼ਬਦ ਉਚਾਰਨ ਕੀਤਾ। ਸਤਿਗੁਰੂ ਸਾਹਿਬ ਜੀ ਨੂੰ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਪ੍ਰਾਪਤ ਹੋ ਗਈਆਂ। 2-4 ਦਿਨ ਹੀ ਪਹਿਲਾਂ ਦਾਸ ਨੂੰ ਵੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਯਾਤਰਾ ਕਰਨ ਦਾ ਮਹਾਰਾਜ ਜੀ ਨੇ ਸਮਾਂ ਮੌਕਾ ਦਿੱਤਾ। ਜੋ ਸਰਿਆਲੀ ਸਾਹਿਬ ਵਾਲੇ ਕਾਸ਼ੀ ਵਾਲੇ ਮਹਾਂਪੁਰਖ ਹਨ, ਉਹਨਾਂ ਦੀ ਸੇਵਾ ਚੱਲ ਰਹੀ ਹੈ। ਗਏ ਤਾਂ ਬਹੁਤ ਵਾਰ, ਪਰ ਐਤਕੀ ਮਨ ਇੰਨਾ ਪ੍ਰਸੰਨ ਖੁਸ਼ ਹੋਇਆ, ਇੱਕ ਸੇਵਾਦਾਰ ਬਾਂਹ ਤੋਂ ਫੜ ਕੇ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ, ਖੁਦ ਆਪ ਹੇਠਾਂ ਲੈ ਕੇ ਗਿਆ। ਕਹਿੰਦਾ ਵੀ ਜਿਹੜਾ ਗੁਰੂ ਅਮਰਦਾਸ ਜੀ ਦਾ ਅਸਲੀ ਘਰ ਹੈ ਉਹ ਹੇਠਾਂ ਹੈ। ਸੱਚਮੁੱਚ ਹੀ ਨਾਨਕਸ਼ਾਹੀ ਨਿੱਕੀ ਇੱਟ ਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਦਾ ਬਣਿਆ ਹੋਇਆ ਘਰ ਕਾਸ਼ੀ ਵਾਲੇ ਮਹਾਂਪੁਰਖਾਂ ਨੇ
हेठा तो कढ़िया है, अद्धियां कंधा हेठा तो निकलियां, अद्धियां आप उपर करके उन्होंने पुरातन दिख दी है। उस तरह ही छोटे छोटे कमरे बने ने, उस तरह ही बीबी पानी का चूल्हा चौका है, ते उपर भी नवे सिरों बहुत सुंदर कढ़ाई करके जिथे बाबा मोहन जी का चुबारा सी उथे कार सेवा संपूर्ण हुई है। गेट के उपर सेवा चल रही है। उथे सतगुरु जी महाराज बाबा मोहन जी के पासों पोथियां लैके बड़े ही अदब सत्कार के सहित पालकी साहब के विच रख के आप नंगे पैरी चौर साहब करते हुए शब्द पढ़ते श्री अमृतसर साहब जी वाल चल पे। जब सतगुरु साहब जी श्री अमृतसर साहब 68 घाट वाले स्थान पर आ गए, दुख भजनी मेरी के कोल जो थड़ा साहब है उत्थे पहुँच गए। 68 घाट से आके सतगुरा ने बाबा बुढ़ा साहब जी को आग्ञा की कि लो बाबा जी तुसी चौर साहब फड़ो, सारी रात इत्थे बैठ के पोथियां साहब के उपर चौर करो ते संगतां समेत कीर्तन करो। ते पोथी साहब वाली पालकी की ताबिया बैठ के बारों बार संगतां चौर साहब की सेवा कर ते मैं घर जाके कड़ी आराम करके इशनान करके आउंदा हाँ। बाबा बुढ़ा साहब जी सतगुरां दा हुक्म मान के सारी रात संगतां दे नाल कीर्तन करते रहे। जब सवेरे सतगुरु साहब जी ने बाबा बुढ़ा साहब जी को आखिया कि बाबा जी पोथियां साहब को प्रकाश करो। जब पोथी साहब को प्रकाश करके वेखिया तो उस वेले सतगुरां ने बाणी की महिमा करदिया 68 घाट वाले स्थान के पावन शब्द उच्चारण किया। प्यार नाल सुनो जी। सारंग राग में पंजवें पातशाह जी फरमाउंदे ने परमेश्वर का थान। ये भाई ये चौं सतगुरां की बाणी वाली पोथी साहब परमात्मा की प्राप्ति का स्थान है। इस प्रकार पोथी परमेश्वर का थान, परमेश्वर का स्वरूप रूपी स्थान प्राप्त कराने वाली जब परमेश्वर के स्वरूप ज्ञान की प्राप्ति का प्रतिपादक प्रतिपाद भाव संबंध रूपी थान है, स्थान है। भाव गुरां की बाणी जनायक है ते ब्रह्म जानने योग है। साध संग गावे गुण गोबिंद, जो साध संगत दे नाल मिल के गुरबाणी द्वारा परमेश्वर के जस रूप गुण गाया करनगे पूर्ण ब्रह्म ज्ञान, उन्होंने पूर्ण ब्रह्म ज्ञान प्राप्त होवेगा। विश्राम देकर फरमाउंदे ने साधक सिद्ध सागल मुन लोचा है। इस गुरां दी बाणी दी दिती हुई ब्रह्म ज्ञान की दात या परमेश्वर को साधना करने वाले पुरख, सिद्धियों की प्राप्ति वाले सिद्ध पुरख अते सारे मननशील लोग चाहते ने। लागै ध्यान, पर किसी विरले टावे पुरख का ही इस नाम बाणी रूप पोथी में ध्यान लगता है, प्रभु के चरणों में ध्यान लगता है। कई बार आप घबरा जाते हैं, वो जड़े नहीं ध्यान लगता ना सही, पर बाणी पढ़नी जरूर चाहिए है। जबान तो पढ़ रही है ना, आपे लग जूगा, ध्यान नहीं लगता ना सही, पर बाणी पढ़ी का लाभ जरूर मिलता है। पाठ नहीं छड्डना चाहिए, ध्यान लगे या ना लगे, ये कृपा गुरबाणी ने करनी है। वो तो किसी करोड़ों चो विरले पुरख का ध्यान लगता है, असी पापी जीव कितों ध्यान ला लवांगे। कृपाल होए मेरा स्वामी, जिस उत्ते मेरा बालक परमेश्वर कृपालु हुंदा है। पूर्णता को काम, उसे दा ही सारा काम गुरबाणी पढ़न नाल पूरा हो जाता है। जे ना भी पूरा होवे तां भी श्रद्धा नहीं तोड़नी चाहिए, अरदासा करते रहो बस, किते ना किते महाराज जरूर कृपा करदा। जबड़ मरण के डर को भनन वाला परमेश्वर
ਜਿਸ ਗੁਰਮੁਖ ਦੇ ਅੰਤःਕਰਨ ਵਿੱਚ ਵਸ ਜਾਂਦਾ ਹੈ ਤਿਸ ਜਾਣੈ ਸਗਲ ਜਹਾਨ ਤਿਸ ਨੂੰ ਸਾਰਾ ਜਹਾਨ ਸੰਸਾਰ ਜਾਣਨ ਲੱਗ ਜਾਂਦਾ ਹੈ। ਤਿਨ ਪਾਲ ਵਿਸਰ ਨਹੀਂ ਮੇਰੇ ਕਰਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਨਾਨਕ ਮੰਗੈ ਦਾਨ ਕਿ ਮੈਂ ਇਹੀ ਦਾਨ ਮੰਗਦਾ ਕਿ ਇਹ ਮੇਰੇ ਰਚਨਹਾਰ ਪਰਮੇਸ਼ਰ ਤੁਸੀਂ ਮੈਨੂੰ ਪਲ ਵਿੱਚੋਂ ਛਿਨ ਮਾਤਰ ਵੀ ਨਾ ਭੁੱਲੋ, ਹਮੇਸ਼ਾ ਹੀ ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੁੰਦੇ ਹੋ। ਇੱਕ ਹੁੰਦਾ ਬਧਰਤੀ ਜ਼ਬਰਦਸਤੀ, ਮੇਰੇ ਮਨ ਦੇ ਵਿੱਚ ਇਹ ਚਾਹ ਬਣਿਆ ਰਹੇ ਕਿ ਮੈਂ ਆਪ ਦਾ ਨਾਮ ਜਪਦਾ ਨਾ, ਆਪ ਦੇ ਗੁਣ ਗਾਉਂਦਾ ਰਹਾ। ਭੁੱਲਾਂ ਚੁੱਕਾ ਖਿਮਾ ਕਰਦੀ ਹੈ ਜੀ, ਅੱਗੇ ਦੋ ਸਮਤ ਬਖਸ਼ ਦੀ। ਜਾਂ ਕਾ ਹਿਰਦੈ ਵਸੈ ਭੈ ਭੰਜਨ ਤਿਸ ਜਾਣੈ ਸਗਲ ਜਹਾਨ ਇਨ ਪਾਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ। ਵਾਹਿਗੁਰੂ ਜੀ ਕਾ ਖਾਲਸਾ